ਪ੍ਰੀਪੇਡ ਮੀਟਰ ਹੈ ਕੀ ਤੇ ਇਹਨੂੰ ਲਾਉਣ ਦੀ ਲੋੜ ਕਿਉਂ ਪੈ ਰਹੀ ਹੈ? ਇਹਨੂੰ ਆਪਾਂ ਸਮਾਰਟ ਮੀਟਰ ਕਹਿੰਦੇ ਆ, ਪਰ ਕੰਟਰੋਲ ਕਰਨ ਲਈ ਉਹਨੂੰ ਇੱਕ ਸਿਮ ਚਾਹੀਦਾ, ਜਿੱਦਾਂ ਆਪਣੇ ਮੋਬਾਈਲ ਦੇ ਅੰਦਰ ਇੱਕ ਸਿਮ ਪੈਂਦਾ ਆ, ਉਹਨੂੰ ਆਪਾਂ ਪ੍ਰੀਪੇਡ ਮੀਟਰ ਕਹਿੰਦੇ ਆ। ਲੋਕ ਹੁਣ ਇਹ ਵੀ ਸਵਾਲ ਕਰਦੇ ਨੇ, ਕਹਿੰਦੇ ਇਲੈਕਟ੍ਰੋਨਿਕ ਮੀਟਰ ਲੱਗੇ ਹੋਏ ਨੇ, ਪ੍ਰੀਪੇਡ ਮੀਟਰ ਲਗਾਉਣ ਦੀ ਲੋੜ ਕਿਉਂ ਪੈ ਰਹੀ ਹੈ? ਜਿੰਨੇ ਟਾਈਪ ਦੀਆਂ ਸਬਸਿਡੀਆਂ ਆ, ਚਾਹੇ ਉਹ ਵੀਕਰ ਸੈਕਸ਼ਨ ਨੂੰ ਹੈ, ਚਾਹੇ ਉਹ ਇੰਡਸਟਰੀਅਲ ਸੈਕਟਰ ਨੂੰ ਹੈ, ਚਾਹੇ ਉਹ ਟਿਊਬਲ ਸੈਕਟਰ ਨੂੰ ਹੈ, ਜਾਂ ਕਿਸੇ ਹੋਰ ਖੇਤਰ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਬਸਿਡੀ ਹੈ ਉਹਨੂੰ ਖਤਮ ਕਰਨਾ। ਜਿਹੜਾ ਵਾਅਦਾ ਕੀਤਾ ਗਿਆ ਸੀਗਾ 300 ਯੂਨਿਟ ਮੁਫਤ ਬਿਜਲੀ ਦੇਣ ਦਾ, ਉਹ ਫਿਰ ਖਤਮ ਹੋ ਜਾਏਗਾ? ਉਹ ਇੱਕ ਅਲੱਗ ਪ੍ਰੋਵੀਜ਼ਨ ਹੈ, ਕਿਉਂਕਿ ਇਸ ਮੀਟਰ ਦੇ ਅੰਦਰ ਪ੍ਰੋਗਰਾਮਿੰਗ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਪ੍ਰੀਪੇਡ ਮੀਟਰ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਸਮੇਂ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਆਮ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਪ੍ਰੀਪੇਡ ਮੀਟਰ ਹੈ ਕੀ ਤੇ ਇਸ ਨੂੰ ਲਗਾਉਣ ਦੀ ਲੋੜ ਕਿਉਂ ਪੈ ਰਹੀ ਹੈ। ਇਸ ਦੇ ਨਾਲ ਹੀ ਇੱਕ ਚਰਚਾ ਹੋਰ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਦੇ ਜੋ ਆਮ ਆਦਮੀ ਪਾਰਟੀ ਦੀ ਬਣੀ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਕਿ ਉਹ ਹੁਣ ਵਾਅਦਾ ਰਹੇਗਾ ਕਿ ਜਾਂ ਉਹ ਵਾਅਦਾ ਵੀ ਪ੍ਰੀਪੇਡ ਮੀਟਰ ਦੇ ਨਾਲ ਖਤਮ ਹੋ ਜਾਏਗਾ। ਤਾਂ ਇਸ ਤਰੀਕੇ ਦੀਆਂ ਕਈ ਤਰੀਕਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਆਮ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ, ਤਾਂ ਉਹ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ। ਮੇਰੇ ਨਾਲ PSPCL ਦੇ ਸਾਬਕਾ ਅਧਿਕਾਰੀ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਆ। ਜਸਵੰਤ ਰਾਏ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ। ਮੇਰਾ ਪਹਿਲਾ ਸਵਾਲ, ਥੈਂਕ ਯੂ ਸਰ, ਪ੍ਰੀਪੇਡ ਮੀਟਰ ਹੈ ਕੀ ਤੇ ਇਹਨੂੰ ਲਾਉਣ ਦੀ ਲੋੜ ਕਿਉਂ ਪੈ ਰਹੀ ਹੈ? ਹਾਂ, ਬਹੁਤ ਵਧੀਆ ਸਵਾਲ ਹੈ ਜੀ। ਦੇਖੋ, ਪਬਲਿਕ ਦੇ ਅੰਦਰ ਇਹ ਅਵੇਅਰਨੈਸ ਨਹੀਂ ਹੈਗੀ ਆ ਵੀ ਇਹ ਜਿਹੜਾ ਪ੍ਰੀਪੇਡ ਮੀਟਰ ਕੀ ਚੀਜ਼ ਹੈ। ਆਪਾਂ ਦੇਖਿਆ ਜੀ, ਆਪਣੇ ਸਮੇਂ ਦੇ ਅੰਦਰ ਹੀ ਪਹਿਲਾਂ ਕਾਲੇ ਮੀਟਰ ਲੱਗੇ ਹੁੰਦੇ ਸੀਗੇ। ਕਾਲੇ ਮੀਟਰਾਂ ਤੋਂ ਬਾਅਦ ਕਾਲੇ ਮੀਟਰਾਂ ਦੇ ਉੱਤੇ ਉਹ ਸਾਰਾ ਕੁਝ ਚੱਕਰੀਆਂ ਚੱਲਦੀਆਂ ਸੀਗੀਆਂ, ਨੰਬਰ ਘੁੰਮਦੇ ਸੀ, ਦਿਸਦੇ ਸੀ। ਉਸ ਤੋਂ ਬਾਅਦ ਦੂਸਰੇ ਫੇਜ਼ ਦੇ ਮੀਟਰ ਆ ਗਏ, ਜਿੱਥੇ ਆਪਾਂ ਇਲੈਕਟ੍ਰੋਨਿਕ ਉਹਨੂੰ ਕਹਿੰਦੇ ਆ। ਇਲੈਕਟ੍ਰੋਨਿਕ ਦੇ ਵਿੱਚ ਆਪਣੇ ਕੋਲ ਸਾਹਮਣੇ ਲਿਖਿਆ ਆ ਜਾਂਦਾ ਸੀਗਾ, ਤੇ ਉਹ ਇਲੈਕਟ੍ਰੋਨਿਕ ਮੀਟਰ ਹੁੰਦਾ ਸੀ। ਇਸ ਤੋਂ ਬਾਅਦ ਹੁਣ ਤੀਸਰੇ ਜਿਹੜੀ ਪੜਾਅ ਦੇ ਵਿੱਚ ਆ ਗਏ ਆਪਾਂ, ਇਹਨੂੰ ਆਪਾਂ ਸਮਾਰਟ ਮੀਟਰ ਕਹਿੰਦੇ ਆ। ਸਮਾਰਟ ਮੀਟਰ ਦੇ ਵਿੱਚ ਉਹ ਜਿਹੜਾ ਇਲੈਕਟ੍ਰੋਨਿਕ ਮੀਟਰ ਹੈ, ਇਲੈਕਟ੍ਰੋਨਿਕ ਮੀਟਰ ਦੇ ਅੰਦਰ ਇੱਕ ਮੋਡਮ ਲਗਾ ਦਿੱਤਾ ਗਿਆ। ਉਸ ਮੋਡਮ ਦੇ ਰਾਹੀਂ ਇੱਕ ਸਰਵਰ ਤੱਕ ਜਿਹੜਾ, ਜਿੱਦਾਂ ਆਪਾਂ ਇੰਟਰਨੈਟ ਕਨੈਕਸ਼ਨ ਹੈਗਾ, ਉਹ ਕਨੈਕਸ਼ਨ ਦੇ ਮਾਧਿਅਮ ਤੋਂ ਜਿਹੜਾ ਸਰਵਰ ਹੈ ਇੱਕੋ ਜਗ੍ਹਾ ਦੇ ਉੱਤੇ ਉਸ ਮੀਟਰ ਨੂੰ ਕੰਟਰੋਲ ਕਰਦਾ ਹੈ। ਪਰ ਕੰਟਰੋਲ ਕਰਨ ਲਈ ਉਹਨੂੰ ਇੱਕ ਸਿਮ ਚਾਹੀਦਾ, ਜਿੱਦਾਂ ਆਪਣੇ ਮੋਬਾਈਲ ਦੇ ਅੰਦਰ ਇੱਕ ਸਿਮ ਪੈਂਦਾ ਆ। ਉਹ ਸਿਮ ਜਿਹੜਾ ਹੈਗਾ ਉਹ ਮੋਡਮ ਦੇ ਥਰੂ ਤੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਉੱਥੇ ਪਹੁੰਚ ਕੇ ਜਿਹੜਾ ਸਾਰੀ ਉਹਦੀ ਕਾਰਗੁਜ਼ਾਰੀ ਹੈ ਇੱਕ ਜਗ੍ਹਾ ਤੇ ਕੰਟਰੋਲ ਹੋ ਜਾਏਗੀ। ਉਹਨੂੰ ਆਪਾਂ ਪ੍ਰੀਪੇਡ ਮੀਟਰ ਕਹਿੰਦੇ ਆ। ਉਹਦੇ 'ਚ ਸਰਵਰ ਦੇ ਉੱਤੇ ਜਿੱਦਾਂ ਦੀ ਪ੍ਰੋਗਰਾਮਿੰਗ ਸਾਨੂੰ ਚਾਹੀਦੀ ਆ, ਆਪਾਂ ਉੱਥੇ ਬੈਠ ਕੇ ਉਹਦੀ ਪ੍ਰੋਗਰਾਮਿੰਗ ਕਰਕੇ ਤੇ ਉਹਨੂੰ ਚਲਾ ਸਕਦੇ ਹਾਂ। ਪ੍ਰੀਪੇਡ ਮੀਟਰ ਤੇ ਤੁਸੀਂ ਐਕਸਪਲੇਨ ਕਰਤਾ, ਪਰ ਇਹਨੂੰ ਲੋਕ ਹੁਣ ਇਹ ਵੀ ਸਵਾਲ ਕਰਦੇ ਨੇ, ਕਹਿੰਦੇ ਇਲੈਕਟ੍ਰੋਨਿਕ ਮੀਟਰ ਲੱਗੇ ਹੋਏ ਨੇ, ਪ੍ਰੀਪੇਡ ਮੀਟਰ ਲਗਾਉਣ ਦੀ ਲੋੜ ਕਿਉਂ ਪੈ ਰਹੀ ਹੈ? ਬਿਲਕੁਲ ਠੀਕ ਹੈ ਜੀ। ਇਹ ਸਰ, ਆਪਾਂ ਇਹਨੂੰ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖਦੇ ਹਾਂ ਕਿ ਪੂਰੇ ਭਾਰਤ ਦੇ ਅੰਦਰ ਜਿਹੜਾ ਪਾਵਰ ਸੈਕਟਰ ਹੈਗਾ, ਉਹ ਇਲੈਕਟ੍ਰੀਸਿਟੀ ਐਕਟ 2003 ਦੇ ਤਹਿਤ ਇਹਨੂੰ ਅਨਬੰਡਲ ਸਾਰਿਆਂ ਨੂੰ ਕਰਤਾ ਗਿਆ। ਉਹ ਹੁਣ ਕਾਰਪੋਰੇਸ਼ਨਾਂ ਬਣ ਗਈਆਂ, ਤੇ ਕਾਰਪੋਰੇਸ਼ਨਾਂ ਤੋਂ ਬਾਅਦ ਹੁਣ ਅਗਲੇ ਫੇਜ਼ ਦੇ ਅੰਦਰ ਉਸ ਐਕਟ ਨੂੰ ਵੀ ਅਮੈਂਡ ਕਰਕੇ ਤੇ ਇਹ ਜਿਹੜੀਆਂ ਕਾਰਪੋਰੇਸ਼ਨਾਂ ਇਹਨਾਂ ਨੂੰ ਪ੍ਰਾਈਵੇਟ ਕਰਨ ਵੱਲ ਜਿਹੜੀ ਕੇਂਦਰ ਸਰਕਾਰ ਹੈ ਅੱਗੇ ਵਧ ਰਹੀ ਹੈ। ਉਹ ਜਿਹੜਾ ਬਿੱਲ ਹੈ ਪ੍ਰਾਈਵੇਟ ਕਰਨ ਵਾਲਾ, ਉਹ ਬਿੱਲ ਜਿਹੜਾ ਹੈ ਕੇਂਦਰ ਸਰਕਾਰ ਦੇ ਕੋਲ ਪਾਸ ਹੋਣ ਤੋਂ ਬਕਾਇਆ 2014 ਤੋਂ ਲਗਾਤਾਰ ਚੱਲ ਰਿਹਾ। 2014 ਤੋਂ ਲਗਾਤਾਰ ਚੱਲ ਰਿਹਾ। ਉਹ ਲੋਕਾਂ ਜਿਹੜੀਆਂ ਪੂਰੇ ਭਾਰਤ ਦੇ ਅੰਦਰ ਜਿਹੜੇ ਪਾਵਰ ਸੈਕਟਰ ਦਾ ਐਮਪਲੋਈ ਹੈ, ਇੰਜੀਨੀਅਰ ਹੈ, ਉਹਦੇ ਪ੍ਰੈਸ਼ਰ ਦੇ ਤਹਿਤ ਉਹਨਾਂ ਦੀਆਂ ਯੂਨੀਅਨ ਦੇ ਥਰੂ ਉਹ ਹਜੇ ਰੁਕਿਆ ਹੋਇਆ, ਔਰ ਉਹ ਕਿਸੇ ਵੇਲੇ ਵੀ ਪਾਸ ਹੋ ਸਕਦਾ। ਉਹਦੀਆਂ ਦੋ ਸ਼ਰਤਾਂ। ਪਹਿਲੀ ਸ਼ਰਤ ਹੈ ਕਿ ਜਿੰਨੇ ਟਾਈਪ ਦੀਆਂ ਸਬਸਿਡੀਆਂ ਆ, ਚਾਹੇ ਉਹ ਵੀਕਰ ਸੈਕਸ਼ਨ ਨੂੰ ਹੈ, ਚਾਹੇ ਉਹ ਇੰਡਸਟਰੀਅਲ ਸੈਕਟਰ ਨੂੰ ਹੈ, ਚਾਹੇ ਉਹ ਟਿਊਬਲ ਸੈਕਟਰ ਨੂੰ ਹੈ, ਜਾਂ ਕਿਸੇ ਹੋਰ ਖੇਤਰ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਬਸਿਡੀ ਹੈ ਉਹਨੂੰ ਖਤਮ ਕਰਨਾ। ਪਹਿਲਾ ਪੁਆਇੰਟ ਹੈ ਉਹਦਾ। ਔਰ ਦੂਸਰਾ ਪੁਆਇੰਟ ਹੈਗਾ ਵੀ ਉਹਨੂੰ ਖਤਮ ਕਰਨ ਵਾਸਤੇ ਫਿਰ ਸਾਰੀ ਜਗ੍ਹਾ ਮੀਟਰ ਲਾਏ ਜਾਣਗੇ, ਤਾਂ ਹੀ ਪਤਾ ਲੱਗੇਗਾ। ਸੋ ਉਹ ਮੀਟਰ ਜਿਹੜੇ ਹੈਗੇ ਆ ਉਹ ਤੀਸਰੇ ਪੜਾਅ ਦੇ ਵਿੱਚ ਪ੍ਰੀਪੇਡ ਮੀਟਰ, ਇਸ ਕਰਕੇ ਕਿ ਬਹੁਤ ਸਾਰੀ ਰਕਮ ਜਿਹੜੀ ਹੈ ਉਹ ਲੋਕਾਂ ਦੀ ਬੱਤੀ ਬਾਲਣ ਤੋਂ ਬਾਅਦ ਖੜੀ ਰਹਿ ਜਾਂਦੀ ਆ, ਤੇ ਇੱਕ ਪਾਸੇ ਦੂਸਰੇ ਪਾਸੇ ਉਹਦੇ ਕੱਲੇ ਦੇ ਲੌਸਿਸ ਜਿਹੜੇ ਆ ਉਹਨੂੰ ਚੈੱਕ ਕਰਨ ਵਾਸਤੇ ਵੀ ਕੀ ਉੱਥੇ ਬਲਦਾ ਕੀ ਨਹੀਂ ਬਲਦਾ, ਸਾਰਾ ਕੁਝ ਨੋਟ ਕਰਨ ਵਾਸਤੇ ਜਿਹੜਾ ਇਹ ਪ੍ਰੀਪੇਡ ਕਮ ਇਲੈਕਟ੍ਰੋਨਿਕ ਮੀਟਰ ਜਿਹੜਾ ਹੈਗਾ, ਇਹ ਸਾਰਾ ਕੁਝ ਨੋਟ ਕਰਕੇ ਦੇਏਗਾ। ਨੰਬਰ 1। ਨੰਬਰ 2, ਜਿੰਨੇ ਪੈਸੇ ਤੁਸੀਂ ਉਹਦੇ 'ਚ ਰੀਚਾਰਜ ਕਰਵਾਓਗੇ, ਓਨੇ ਦੀ ਬਿਜਲੀ ਦੇਣ ਤੋਂ ਬਾਅਦ ਉਸੇ ਪੁਆਇੰਟ ਤੋਂ ਆਪਣੇ ਆਪ ਉਹ ਬੰਦ ਹੋ ਜਾਏਗਾ।
ਕੱਟੀ ਜਾਏਗੀ ਔਰ ਜਦੋਂ ਤੁਸੀਂ ਰੀਚਾਰਜ ਕਰਾ ਲਓਗੇ ਉੱਥੋਂ ਇੱਕੋ ਪੁਆਇੰਟ ਤੋਂ ਉਹ ਦੁਬਾਰਾ ਚਾਲੂ ਹੋ ਸਕਦਾ। ਕਿਸੇ ਨੂੰ ਤੁਹਾਡੇ ਘਰ ਤੱਕ ਪਹੁੰਚ ਕੇ ਉਹਦੀ ਤਾਰ ਕੱਟਣ ਤੇ ਤਾਰ ਜੋੜਨ ਦਾ ਕੰਮ ਦੁਬਾਰਾ ਨਹੀਂ ਕਰਨਾ ਪਏਗਾ। ਯਾਨੀ ਕਿ ਵੀਕਰ ਸੈਕਸ਼ਨ ਨੂੰ ਜਿਹੜੀ ਸਬਸਿਡੀ ਮਿਲਦੀ ਸੀ ਜਾਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ 300 ਯੂਨਿਟ ਮੁਫਤ ਬਿਜਲੀ ਦੇਣ ਦਾ, ਉਹ ਫਿਰ ਖਤਮ ਹੋ ਜਾਏਗਾ? ਸਰ ਮੈਂ ਇਹਦੇ 'ਚ ਪਹਿਲਾਂ ਤੁਹਾਨੂੰ ਕਲੀਅਰ ਕਰ ਚੁੱਕਿਆ ਕਿ ਜਿਹੜੇ ਐਕਟ ਹੈਗਾ, ਨਵਾਂ ਐਕਟ ਜਿਹੜਾ ਹੁਣ ਪ੍ਰਾਵਧੀਨ ਵਿਚਾਰ ਅਧੀਨ ਹੈਗਾ, ਉਸ ਵਿਚਾਰਧੀਨ ਐਕਟ ਦੇ ਵਿੱਚ ਉਹਨੂੰ ਅਗਲੇ 3 ਸਾਲਾਂ ਦੇ ਅੰਦਰ ਹਰ ਤਰ੍ਹਾਂ ਦੀ ਸਬਸਿਡੀ ਨੂੰ ਖਤਮ ਕਰਨ ਲਈ ਕੰਡੀਸ਼ਨ ਹੈ ਵੀ ਅਗਲੇ 3 ਸਾਲਾਂ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਪਾਵਰ ਸੈਕਟਰ ਦੇ ਵਿੱਚ ਜਿਸ ਵੀ ਤਰ੍ਹਾਂ ਦੀ ਸਬਸਿਡੀ ਉਹ ਦਿੱਤੀ ਜਾ ਰਹੀ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਚਾਹੇ ਕਿਸੇ ਲੈਵਲ ਤੇ ਵੀ ਅਨਾਉਂਸਮੈਂਟ ਕੀਤੀ ਹੈ, ਹਜੇ ਉਹ ਲਾਗੂ ਹੋਣੀ ਹੈ ਜਾਂ ਲਾਗੂ ਚੱਲ ਰਹੀ ਹੈ, ਉਹ ਸਾਰੀਆਂ ਖਤਮ ਹੋਣੀਆਂ ਉਹਦੇ 'ਚ। ਇੱਦਾਂ ਵੀ ਹੋ ਸਕਦਾ ਕਿ ਸਰਕਾਰ ਆਪਣੇ ਕੋਲੋਂ ਜਿਹੜਾ ਕੁਝ ਬਣਦਾ ਬਿਜਲੀ ਦਾ ਖਰਚ ਜਿਹੜਾ ਸਬਸਿਡੀ ਦਾ ਲੋਕਾਂ ਨੇ ਦੇਣਾ, ਜੇ ਉਹ ਸਰਕਾਰ ਪੇ ਕਰੇ, ਉਹ ਇੱਕ ਅਲੱਗ ਪ੍ਰੋਵੀਜ਼ਨ ਹੈ ਕਿਉਂਕਿ ਇਸ ਮੀਟਰ ਦੇ ਅੰਦਰ ਪ੍ਰੋਗਰਾਮਿੰਗ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਉਹ ਪ੍ਰੋਗਰਾਮਿੰਗ ਸਰਕਾਰ ਕਰ ਸਕਦੀ ਹੈ, ਪਰ ਪ੍ਰੋਗਰਾਮਿੰਗ ਉਦੋਂ ਹੀ ਹੋਏਗੀ ਜਾਂ ਤਾਂ ਜਿਹੜੀਆਂ ਸੂਬਾ ਸਰਕਾਰ ਹੈਗੀਆਂ ਆਪਣੇ ਕੋਲੋਂ ਉਹ ਪੈਸਾ ਜਿਹੜਾ ਪਾਵਰ ਸੈਕਟਰ ਨੂੰ ਦੇਵੇ ਤੇ ਤਾਂ ਉਹ ਜਿਹੜੀ ਸਬਸਿਡੀ ਕੰਟੀਨਿਊ ਰਹਿ ਸਕਦੀ ਆ। ਅਦਰਵਾਈਜ਼ ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਪਰ ਆਪਾਂ ਦੇਖ ਚੁੱਕੇ ਹਾਂ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਨੇ, ਕਿਸੇ ਨੇ 300 ਯੂਨਿਟ ਫ੍ਰੀ ਦੇਣ ਦਾ, ਕਿਸੇ ਨੇ 400 ਯੂਨਿਟ ਫ੍ਰੀ ਦੇਣ ਦਾ, ਕਿਸੇ ਨੇ ਪਿਛਲਾ ਬਕਾਇਆ ਮਾਫ ਕਰਨ ਦਾ ਤੇ ਕਿਸੇ ਨੇ ਹੁਣ ਵੀ ਜਿਹੜਾ ਬਕਾਇਆ ਹੈਗਾ ਉਹਨੂੰ ਮਾਫ ਕਰਨ ਦੀ ਗੱਲ ਕੀਤੀ ਸੀ। ਸਰਕਾਰ ਬਣ ਚੁੱਕੀ ਹੈ ਪਰ ਉਹ ਨਾ 300 ਯੂਨਿਟ ਦਾ ਕੋਈ ਜਿਹੜਾ ਹੈਗਾ ਹਜੇ ਤੱਕ ਆਰਡਰ ਆਇਆ ਤੇ ਨਾ ਹੀ ਜਿਹੜਾ ਪਿਛਲਾ ਬਕਾਇਆ ਮਾਫ ਕਰਨ ਦਾ ਆਰਡਰ ਆਇਆ, ਜਦੋਂ ਕਿ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਜਿਹੜਾ ਵਿੱਤੀ ਵਰ੍ਹਾ ਜਿਹਨੂੰ ਕਹਿੰਦੇ ਆ 31 ਮਾਰਚ ਨੂੰ ਹਰ ਸਾਲ ਖਤਮ ਹੋਣਾ ਹੁੰਦਾ, ਜਿਹੜੀ PSPCL ਦੇ ਲੋਕਾਂ ਨੇ ਬੱਤੀ ਬਾਲੀ ਹੋਈ ਆ, ਉਹਦਾ ਬਕਾਇਆ ਲੋਕਾਂ ਵੱਲ ਖੜਾ ਆ। ਉਹ ਲੋਕ ਇਸ ਕਰਕੇ ਉਹਨੂੰ ਪੇ ਨਹੀਂ ਕਰ ਰਹੇ ਕਿ ਉਹ ਜਿਹੜੀ ਸਰਕਾਰ ਬਣੀ ਹੈ, ਇਹਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਮਾਫ ਕਰ ਦਿੱਤੇ ਜਾਣਗੇ। ਨਾਲ ਦੀ ਨਾਲ ਜਿਹੜਾ 300 ਯੂਨਿਟ ਹੈ ਉਹ ਪਹਿਲਾਂ ਤਾਂ ਇਕੱਲੇ ਵੀਕਰ ਸੈਕਸ਼ਨ ਨੂੰ ਦਿੰਦੇ ਸੀਗੇ, ਜਿਹਨੂੰ ਆਪਾਂ ਗਲਤੀ ਨਾਲ ਸ਼ੈਡਿਊਲਡ ਕਾਸਟ ਕਹਿ ਰਹੇ ਹਾਂ ਵੀਕਰ ਸੈਕਸ਼ਨ। ਸ਼ੈਡਿਊਲਡ ਕਾਸਟਾਂ ਦੇ ਵਿੱਚੋਂ ਵੀ ਵੀਕਰ ਸੈਕਸ਼ਨ ਨੂੰ ਸਿਰਫ ਮਿਲਦਾ ਸੀ, ਉਹ ਵੀ ਜਿਹੜਾ ਹੈ ਉਹਨੂੰ ਵੀ ਕੋਈ ਕਲੀਅਰ ਨਹੀਂ ਕੀਤਾ ਜਾ ਰਿਹਾ। ਨਾਲ ਦੀ ਨਾਲ ਜਿਹੜਾ ਹੈਗਾ 300 ਯੂਨਿਟ ਬਾਕੀਆਂ ਨੂੰ ਦੇਣ ਦਾ ਸਾਰਿਆਂ ਨੂੰ, ਉਹ ਹਜੇ ਤੱਕ ਕੋਈ ਆਰਡਰ ਨਹੀਂ ਆਇਆ। ਇਸ ਕਰਕੇ ਇੱਕ ਪਾਸੇ ਤੇ PSPCL ਨੂੰ ਨੁਕਸਾਨ ਹੋਣ ਜਾ ਰਿਹਾ ਕਿ ਇੰਨੇ ਪੈਸੇ ਦੀ ਰਿਕਵਰੀ ਜਿਹੜੀ ਮਾਰਚ ਦੇ ਐਂਡਿੰਗ ਤੱਕ ਹੋਣੀ ਹੁੰਦੀ ਆ, ਉਹ ਰਿਕਵਰੀ ਨਹੀਂ ਹੋ ਰਹੀ। ਲੋਕਾਂ ਵੱਲੋਂ ਅੱਗੇ ਜਿਹੜਾ ਹੈਗਾ ਪ੍ਰਤੀਰੋਧ ਕੀਤਾ ਜਾ ਰਿਹਾ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਹੁਣ ਉਹ ਵੀ ਗਾਏ ਵਗਾਏ ਉਹਨੂੰ ਰੋਕ ਰਹੇ ਆ ਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਰਡਰ ਨਹੀਂ ਕੀਤਾ ਗਿਆ ਤੇ ਨਾ ਹੀ ਪਾਵਰਕਾਮ ਦੀ ਤਰਫ ਤੋਂ ਇਦਾਂ ਦਾ ਕੋਈ ਆਰਡਰ ਕੀਤਾ ਗਿਆ। ਇਸ ਕਰਕੇ ਇਹ ਜਿਹੜੀ ਖਿੱਚੋਤਾਣ ਵਾਲੀ ਸਥਿਤੀ ਆ ਖਪਤਕਾਰ ਤੇ ਹੇਠਲੇ ਮੁਲਾਜ਼ਮਾਂ ਦੇ ਵਿਚਕਾਰ ਬਣੀ ਹੋਈ ਆ। ਪ੍ਰੀਪੇਡ ਮੀਟਰ ਜੇਕਰ ਲੱਗੇ ਤਾਂ ਇਹ ਫਿਰ ਕਿਉਂਕਿ ਕਿਸਾਨਾਂ ਨੇ ਤਾਂ ਮਨਾ ਕਰਤਾ, ਫਿਰ ਇਹ ਮੋਟਰਾਂ ਦੇ ਮੀਟਰ ਵੀ ਲੱਗਣਗੇ ਇਹੀ? ਸਰ ਜਿਹੜਾ ਐਕਟ ਹੈ, ਐਕਟ ਦੀ ਪ੍ਰੋਵੀਜ਼ਨ ਹੈ ਆਪਾਂ ਹੁਣ ਵੀ ਜਿਹੜਾ ਆਰਡਰ ਹੈ ਉਹਦੇ 'ਚ ਇਹੀ ਕਿਹਾ ਗਿਆ ਕਿ 85,000 ਮੀਟਰ ਲਗਾਤਾ ਜਾਏ। 85,000 ਦਾ ਮਤਲਬ ਜਦੋਂ ਕਿ ਪੰਜਾਬ ਦੇ ਵਿੱਚ 81 ਲੱਖ ਤੋਂ ਜ਼ਿਆਦਾ ਜਿਹੜਾ ਕੰਜ਼ਿਊਮਰ ਹੈ, ਖਪਤਕਾਰ ਹੈ ਤੇ 85,000 ਮੀਟਰਾਂ ਦੀ ਗੱਲ ਕੀਤੀ ਜਾ ਰਹੀ ਆ। ਇਹ ਕਿਸ਼ਤਾਂ ਹੈ ਕਿਉਂਕਿ ਜਿਹੜੇ ਮੀਟਰ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਨੇ ਪੂਰੇ ਭਾਰਤ ਦੇ ਅੰਦਰ ਮੀਟਰ ਸਪਲਾਈ ਕਰਨੇ ਆ ਤੇ ਵੱਖਰੇ ਜਿਹੜੇ ਮੀਟਰ ਸਪਲਾਈ ਕਰਨ ਵਾਲਾ ਪਾਰਟ ਹੈ ਉਹ ਇਸ ਕਰਕੇ ਕਿਸ਼ਤਾਂ ਰੱਖੀਆਂ ਗਈਆਂ। ਸਟੈਪ ਵਾਈਜ਼ ਇਹਨੂੰ ਕੀਤਾ ਗਿਆ ਕਿ ਇਸ ਤੱਕ ਇੰਨੇ ਮੀਟਰ ਲਗਾ ਦਿਓ, ਇਸ ਤੱਕ ਇੰਨੇ ਮੀਟਰ ਲਗਾ ਦਿਓ, ਇਸ ਤੱਕ ਇੰਨੇ ਮੀਟਰ। ਉਹਦੇ ਵਿੱਚ ਇਹ ਸ਼ਰਤ ਜਿਹੜੀ ਹੈ ਅਗਲੇ 3 ਮਹੀਨਿਆਂ ਦੇ ਵਿੱਚ ਪੂਰੀ ਕਰਨੀ ਜਿਹੜੀ ਹੈ ਉਹ ਉਹਨਾਂ ਨੇ ਸੈਂਟਰ ਗਵਰਨਮੈਂਟ ਨੇ ਕਹਿ ਦਿੱਤੀ ਹੈ। ਸੋ ਇਸ ਲਈ ਇਹ ਕਹੇ ਜਾ ਰਹੇ ਆ ਅਦਰਵਾਈਜ਼ ਇਹ ਟਿਊਬਲਾਂ ਦੇ ਉੱਤੇ ਵੀ ਮੀਟਰ ਲੱਗਣਗੇ, ਘਰਾਂ ਦੇ ਵਿੱਚ ਵੀ ਮੀਟਰ ਲੱਗਣਗੇ, ਫੈਕਟਰੀਆਂ 'ਚ ਵੀ ਮੀਟਰ ਲੱਗਣਗੇ ਤੇ ਜਿਹੜੇ ਬਾਕੀ ਦੇ ਅਦਾਰੇ ਹੈਗੇ ਆ ਬਿਜ਼ਨਸ ਦੇ ਉਹਨਾਂ ਸਾਰਿਆਂ ਦੇ ਉੱਤੇ ਹੀ ਇਹ ਮੀਟਰ ਲੱਗਣਗੇ। ਅੱਛਾ, ਯਾਨੀ ਕਿ ਰੈਂਡਮਲੀ ਇੱਕ ਵਾਰੀ 85,000 ਮੀਟਰ ਲਗਾ ਦਿੱਤੇ ਜਾਣਗੇ ਜੀ? ਸਿਰਫ ਇਹ ਕਿਸ਼ਤ ਹੈਗੀ ਆ, ਇਸ ਤੋਂ ਅੱਗੇ ਕੰਟੀਨਿਊ ਰਹਿਣਗੇ। ਅਗਲੇ 3 ਮਹੀਨਿਆਂ 'ਚ ਹੋਰ ਕਿਸ਼ਤ ਆਏਗੀ, ਉਸ ਤੋਂ ਅਗਲੇ 3 ਮਹੀਨਿਆਂ 'ਚ ਇਹ ਫੇਜ਼ ਹੈਗੀ ਉਹਦੇ ਜਿਹਨੂੰ ਆਪਾਂ ਰਿਫਾਰਮਸ ਦੇ ਫੇਜ਼ ਕਹਿ ਰਹੇ ਹਾਂ। ਅੱਛਾ ਰਾਏ ਸਾਹਿਬ, ਜੇਕਰ ਓਵਰਆਲ ਦੇਖਿਆ ਜਾਏ ਤਾਂ ਇਹਦਾ ਆਮ ਲੋਕਾਂ ਨੂੰ ਫਾਇਦਾ ਕੀ ਤੇ ਨੁਕਸਾਨ ਕੀ? ਆਮ ਲੋਕਾਂ ਲਈ ਸਰ ਜਿਹੜੇ ਹੁਣ ਤੱਕ ਜਿੰਨੇ ਮੀਟਰ ਜਿਹੜੇ ਆ ਸਮਾਰਟ ਮੀਟਰ ਲੱਗੇ ਆ, ਉਹਨਾਂ ਸਮਾਰਟ ਮੀਟਰਾਂ ਦੀ ਹਜੇ ਤੱਕ ਇਹ ਦਿੱਕਤ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੀਟਰ ਦੇ ਅੰਦਰ ਇੱਕ ਮੋਡਮ ਲੱਗਣਾ ਆ। ਮੋਡਮ ਜਿਹੜਾ ਹੈਗਾ ਇੱਕ ਸਿਮ ਦੇ ਨਾਲ ਕੰਟਰੋਲ ਹੋਣਾ ਆ ਤੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਜਿਹੜੀ ਹੈ ਇਹਦੀ ਰਿਕਾਰਡਿੰਗ ਹੋਣੀ ਹੈ ਤੇ ਸਰਵਰ ਤੱਕ ਪਹੁੰਚ ਕੇ ਸਰਵਰ ਦੇ ਉੱਤੇ ਸਾਰਾ ਇੱਕੋ ਜਗ੍ਹਾ ਬੈਠ ਕੇ ਕੰਮ ਹੋਣਾ ਆ। ਤੇ ਹੁਣ ਜਿੰਨੇ ਮੀਟਰ ਹਜੇ ਤੱਕ ਲੱਗੇ ਆ ਉਹਨਾਂ ਮੀਟਰਾਂ ਦੀ ਰੀਡਿੰਗ ਜਿਹੜੀ ਆ ਉੱਥੇ ਪ੍ਰੋਪਰ ਨਹੀਂ ਪਹੁੰਚ ਰਹੀ, ਜਾਂ ਉਹ
ਠੀਕ ਨਹੀਂ ਹੁੰਦੀ ਤੇ ਖਪਤਕਾਰਾਂ ਨੂੰ ਗਲਤ ਬਿੱਲ ਪਹੁੰਚਦੇ ਆ ਤੇ ਖਪਤਕਾਰ ਫਿਰ ਦੁਬਾਰਾ ਤੋਂ ਦਫ਼ਤਰ ਜਾਂਦਾ, ਦਫ਼ਤਰ ਵਾਲੇ ਫਿਰ ਆਪਣੇ EMPLOYEE ਕਰਮਚਾਰੀ ਭੇਜ ਕੇ ਉਹਦੀ ਰੀਡਿੰਗ ਵੈਰੀਫਾਈ ਕਰਕੇ ਦੁਬਾਰਾ ਉਹਦਾ ਬਿੱਲ ਦਰੁਸਤ ਕਰਕੇ ਦਿੰਦੇ ਆ। ਇਹ ਮੁਸ਼ਕਲ ਹਜੇ ਵੀ ਖੜੀ ਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਜਦੋਂ ਤੱਕ ਜਿਹੜਾ ਇੰਟਰਨੈਟ ਵਾਲਾ ਪਾਰਟ ਹੈ, ਕਨੈਕਟੀਵਿਟੀ ਵਾਲਾ ਪਾਰਟ ਹੈ, ਦੋਨਾਂ ਨੂੰ ਜੋੜਨ ਵਾਲਾ ਪਾਰਟ ਹੈ, ਜਦੋਂ ਤੱਕ ਦਰੁਸਤ ਨਹੀਂ ਹੋਏਗਾ ਇਹ ਮੁਸ਼ਕਲ ਆ ਸਕਦੀ ਹੈ। ਉਹਦੇ ਨਾਲ ਦੀ ਨਾਲ ਸਰਕਾਰ ਨੂੰ ਸਹੂਲਤ ਹੋ ਜਾਏਗੀ ਕਿ EMPLOYEE ਘੱਟ ਕਰਨ ਦੀ, ਜਿੱਥੇ ਉਹ ਮੀਟਰ ਰੀਡਿੰਗ ਲੈਂਦੇ ਸੀਗੇ, EMPLOYEE ਘੱਟ ਕਰਨ ਦੀ, ਜਿੱਥੇ ਉਹ ਬਿੱਲ ਬਣਾਉਂਦੇ ਸੀ ਤੇ ਬਿੱਲ ਪਹੁੰਚਾਉਂਦੇ ਸੀਗੇ, ਹੁਣ ਉਹ ਜਿਹੜਾ ਬਿੱਲ ਹੈ ਸਿੱਧਾ ਉਹਦੇ ਜਿੱਦਾਂ ਆਪਣੇ ਮੋਬਾਈਲ ਦੇ ਉੱਤੇ ਆ ਜਾਂਦਾ ਤੇ ਇਦਾਂ ਹੀ ਉਹ ਤੁਹਾਡਾ ਮੋਬਾਈਲ ਦਾ ਜਿਹੜਾ ਨੰਬਰ ਹੈ ਉਹਨੂੰ ਫੀਡ ਕਰ ਦਿੱਤਾ ਜਾਏਗਾ, ਤੁਹਾਡਾ ਬਿੱਲ ਵੀ ਤੁਹਾਡੇ ਮੋਬਾਈਲ ਦੇ ਉੱਤੇ ਹੀ ਪਹੁੰਚੇਗਾ। ਇਹ ਇਹਦੀ ਪ੍ਰੋਵੀਜ਼ਨ ਹੈ। ਅੱਛਾ, ਤਾਂ ਜੇਕਰ ਹੁਣ ਪ੍ਰੀਪੇਡ ਮੀਟਰ ਦੀ ਤਾਂ ਆਪਾਂ ਗੱਲ ਕਰ ਲਈ ਕਿ ਲੋਕਾਂ ਨੂੰ ਕੀ ਇਹਦੇ ਫਾਇਦੇ ਨੇ ਜਾਂ ਨੁਕਸਾਨ ਨੇ, ਤਾਂ ਇੱਕ ਹੋਰ ਸੰਕਟ ਰਹਿੰਦਾ ਕਿ ਬਿਜਲੀ ਦਾ ਸੰਕਟ। ਜਦੋਂ ਗਰਮੀਆਂ ਆਉਂਦੀਆਂ ਤਾਂ ਕਹਿੰਦੇ ਕੋਲਾ ਮੁੱਕ ਜਾਂਦਾ, ਥਰਮਲ ਪਲਾਂਟ ਬੰਦ ਹੋ ਜਾਂਦੇ ਨੇ, ਤਰਕੇ ਵੀ ਕਈ ਜਿਹੜੀ ਦਿੱਤਾ ਜਾਂਦਾ ਕਿ ਬਿਜਲੀ ਚੋਰੀ ਹੁੰਦੀ ਹੈ, ਵੱਧ ਲੋਡ ਪੈ ਜਾਂਦਾ, ਤਾਂ ਇਹ ਚੀਜ਼ਾਂ ਦੇ ਨਾਲ ਇਹ ਸੰਕਟ ਖਤਮ ਹੋਏਗਾ ਕਿ ਨਹੀਂ? ਸਰ, ਇਹਦਾ ਸੰਕਟ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਹਨੇ ਨਾ ਤਾਂ ਬਿਜਲੀ ਬਣਾਉਣੀ ਆ, ਨਾ ਹੀ ਇਹਨੇ ਚੋਰੀ ਰੋਕਣੀ ਆ। ਹਾਂ, ਇਹਨੇ ਤਾਂ ਜਿਹੜੀ ਰੀਡਿੰਗ ਜਿੰਨੀ ਖਪਤ ਹੋਈ ਆ, ਖਪਤ ਜਿਹੜੀ ਆ ਉਹ ਰਿਕਾਰਡ ਕਰਨੀ ਆ ਤੇ ਰਿਕਾਰਡ ਕਰਕੇ ਉੱਥੇ ਕੰਟਰੋਲ ਕਰਨਾ ਵੀ ਇੰਨੇ ਪੈਸੇ ਤੱਕ ਉਹਨੂੰ ਬੱਤੀ ਦੇਣੀ ਹੈ, ਇੰਨੇ ਤੋਂ ਬਾਅਦ ਬੰਦ ਕਰ ਦੇਣੀ ਆ। ਜੋੜਨ ਦਾ ਕੱਟਣ ਦਾ ਕੰਮ ਜਿਹੜਾ ਹੈਗਾ ਤੇ ਬਿੱਲ ਰੀਡਿੰਗ ਰਿਕਾਰਡ ਕਰਨ ਦਾ ਤੇ ਬਿੱਲ ਪਹੁੰਚਾਉਣ ਦਾ ਕੰਮ, ਇਹ ਚਾਰ ਚੀਜ਼ਾਂ ਜਿਹੜੀਆਂ ਉਹ ਮਹਿਕਮੇ ਲਈ ਸੌਖੀਆਂ ਹੋ ਜਾਣਗੀਆਂ ਤੇ ਉਹ ਖਪਤਕਾਰਾਂ ਨੂੰ ਇਹਦਾ ਕੋਈ ਸਿੱਧੇ ਤੌਰ ਤੇ ਜਾਂ ਇਹਦੇ ਨਾਲ ਕੋਈ ਬਿਜਲੀ ਦਾ ਸੰਕਟ ਦੂਰ ਹੋਣ ਦਾ ਕੋਈ ਸੰਬੰਧ ਨਹੀਂ। ਅੱਛਾ, ਤੁਹਾਡਾ ਵੀ ਲੰਬਾ ਤਜਰਬਾ ਹੈਗਾ ਕਿਉਂਕਿ ਕਈ ਸਰਕਾਰਾਂ ਵੀ ਦੇਖੀਆਂ, ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਜਿਹੜਾ ਇਹਨਾਂ ਵਾਅਦਾ ਕੀਤਾ, ਤੁਹਾਨੂੰ ਕੀ ਲੱਗਦਾ ਕਿ ਇਹ ਵਾਅਦੇ ਦੇ ਨਾਲ ਕਿੱਦਾਂ ਨਿਪਟਣਗੇ ਹੁਣ ਲੋਕਾਂ ਨਾਲ? ਸਰ, ਵਾਅਦੇ ਕਰਨੇ ਤਾਂ ਅਕਸਰ ਆਪਾਂ ਦੇਖਿਆ ਪਹਿਲਾਂ ਵੀ ਸਰਕਾਰਾਂ ਬਹੁਤ ਸਾਰੇ ਵਾਅਦੇ ਕਰਦੀਆਂ ਔਰ ਵਾਅਦੇ ਜਿਹੜੇ ਉਹ ਵਾਅਦੇ ਵਫਾ ਨਹੀਂ ਹੁੰਦੇ। ਔਰ ਅੱਜ ਦੀ ਡੇਟ ਦੇ ਅੰਦਰ ਇੱਕ ਪਾਸੇ ਕੇਂਦਰ ਸਰਕਾਰ ਹੈ ਤੇ ਇੱਕ ਪਾਸੇ ਸੂਬਾ ਸਰਕਾਰ ਹੈ। ਸੂਬਾ ਸਰਕਾਰ ਨੇ ਸਰਕਾਰ 'ਚ ਆਉਣ ਤੋਂ ਪਹਿਲਾਂ ਪੋਲੀਟੀਕਲੀ ਆਪਣਾ ਜਿਹੜਾ ਹੈਗਾ ਆਪਣਾ ਮੈਨੀਫੈਸਟੋ ਉਹਦੇ 'ਚ ਲੋਕਾਂ ਨਾਲ ਵਾਅਦਾ ਕਰ ਲਿਆ, ਪਰ ਵਾਅਦਾ ਕਰਨ ਤੋਂ ਬਾਅਦ ਅੱਜ ਸਰਕਾਰ ਨੇ ਸਹੁੰ ਚੁੱਕ ਲਈ ਹੈ। ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੇ ਆਪਣੀ ਸਹੁੰ ਜਿਹੜੇ ਮਹਿਕਮਿਆਂ 'ਚ ਜੁਆਇਨ ਕਰ ਲਿਆ, ਉਹਦੇ ਬਾਵਜੂਦ ਹਜੇ ਤੱਕ ਇਹ ਆਰਡਰ ਮਾਰਚ ਮਹੀਨੇ ਤੱਕ ਵੀ ਪਾਸ ਨਹੀਂ ਹੋਇਆ ਤੇ ਇਹ ਆਪਣੇ ਆਪ ਦੇ ਅੰਦਰ ਇੱਕ ਇਸ ਸਵਾਲ ਦਾ ਜਵਾਬ ਹੈ ਕਿ ਜੇ ਇਹ ਕਰਨਾ ਹੁੰਦਾ ਜਾਂ ਹੋਣਾ ਹੁੰਦਾ ਤੇ ਉਹ ਪਹਿਲੇ ਦਿਨ ਹੋ ਜਾਣਾ ਸੀ। ਇਸ ਕਰਕੇ ਇਹ ਜਿਹੜੀ ਦੁਚਿੱਤੀ ਹੈਗੀ ਆ ਕੇਂਦਰ ਸਰਕਾਰ ਔਰ ਸੂਬਾ ਸਰਕਾਰ ਦੇ ਅੰਦਰ ਜਿਹੜੀ ਪੈਦਾ ਹੋ ਗਈ ਆ, ਉਹ ਦੁਚਿੱਤੀ ਦੇ ਕਰਕੇ ਲੋਕਾਂ ਨੂੰ ਹੋ ਸਕਦਾ ਇਹ ਜਿਹੜੇ ਫਾਇਦੇ ਆ ਉਹ ਪ੍ਰੋਪਰ ਤਰੀਕੇ ਨਾਲ ਨਾ ਪਹੁੰਚ ਸਕਣ। ਅੱਛਾ ਰਾਏ ਸਾਹਿਬ, ਆਖਰੀ ਸਵਾਲ ਮੈਂ ਲਊਂਗਾ। 3 ਮਹੀਨੇ ਦਾ ਕੇਂਦਰ ਨੇ ਸਮਾਂ ਦਿੱਤਾ ਹੈ, ਜੇਕਰ 3 ਮਹੀਨਿਆਂ 'ਚ ਟਾਰਗੇਟ ਪੂਰਾ ਨਹੀਂ ਹੁੰਦਾ ਤਾਂ ਜਿਹੜਾ ਸੁਧਾਰਾਂ ਦਾ ਫੰਡ ਮਿਲਦਾ ਹੈ ਤਾਂ ਉਹਦਾ ਨੁਕਸਾਨ ਹੋਏਗਾ ਪੰਜਾਬ ਨੂੰ? ਜਿੱਥੋਂ ਤੱਕ 31 ਮਾਰਚ ਤੱਕ ਜਿਹੜੀ ਰਿਕਵਰੀਆਂ ਹੋਣੀਆਂ, ਉਹ ਰਿਕਵਰੀਆਂ ਜੇ ਨਹੀਂ ਹੁੰਦੀਆਂ, ਸਰਕਾਰ ਉਹਦਾ ਕੋਈ ਪ੍ਰਾਵਧਾਨ ਨਹੀਂ ਕਰਦੀ ਤੇ ਡਿਪਾਰਟਮੈਂਟ ਨੂੰ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਗੁਜ਼ਰਨਾ ਪੈ ਸਕਦਾ ਆ ਔਰ ਜਿਹਦਾ ਅਸਰ ਆਉਣ ਵਾਲੇ, ਜਿਹਨੂੰ ਆਪਾਂ ਪੈਡੀ ਸੀਜ਼ਨ, ਗਰਮੀ ਦਾ ਸੀਜ਼ਨ ਕਹਿੰਦੇ ਆ, ਉਹ ਝੋਨੇ ਦੀ ਫਸਲ ਦੇ ਉੱਤੇ ਵੀ ਆ ਸਕਦਾ। ਲੋਕਾਂ ਨੂੰ ਜਿਹੜੀ ਘਰਾਂ 'ਚ ਬਿਜਲੀ ਚਾਹੀਦੀ ਆ ਉਹਦੇ ਤੇ ਵੀ ਆ ਸਕਦਾ ਕਿਉਂਕਿ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਉਹ ਹੁਣ ਐਡਵਾਂਸ 'ਚ ਵਧਣਾ ਸ਼ੁਰੂ ਹੋ ਗਿਆ। ਐਡਵਾਂਸ 'ਚ ਵਧਣ ਦਾ ਮਤਲਬ ਹੈ ਕਿ ਲੋਕਾਂ ਦੇ ਘਰਾਂ ਦੇ ਅੰਦਰ ਪੱਖੇ ਮਾਰਚ ਮਹੀਨੇ 'ਚ ਚਾਲੂ ਹੋ ਗਏ ਆ ਤੇ ਅਪ੍ਰੈਲ ਮਹੀਨਾ ਆਉਂਦਿਆਂ ਏਸੀ ਚਾਲੂ ਹੋ ਜਾਣੇ ਆ। ਏਸੀ ਚਾਲੂ ਹੋਣ ਦੇ ਨਾਲ ਉਧਰ ਪਾਣੀ ਦੀ ਖਪਤ ਜਿਹੜੀ ਆ ਖੇਤਾਂ ਦੇ ਵਿੱਚ ਵੱਧ ਜਾਣੀ ਆ ਤੇ ਬਿਜਲੀ ਦੀ ਖਪਤ ਇਹਨਾਂ ਦੇ ਨਾਲ ਸਿੱਧੇ ਤੌਰ ਤੇ ਵੱਧ ਜਾਣੀ ਆ। ਬਿਜਲੀ ਦੀ ਖਪਤ ਵਧਣ ਵਾਸਤੇ ਤੇ ਮਹਿਕਮੇ ਨੂੰ ਉਹਦੇ ਲਈ ਸਮਾਨ ਵੀ ਚਾਹੀਦਾ, ਸਾਜ਼ ਵੀ ਚਾਹੀਦੇ ਆ ਤੇ ਉਹਦੇ ਲਈ ਮੈਨ ਪਾਵਰ ਵੀ ਚਾਹੀਦੀ ਆ ਤੇ ਤਿੰਨਾਂ ਵਾਸਤੇ ਪੈਸਾ ਚਾਹੀਦਾ ਆ ਤੇ ਪੈਸੇ ਦੀ ਰਿਕਵਰੀ ਹੋ ਨਹੀਂ ਰਹੀ, ਸਰਕਾਰ ਉਹਦਾ ਕੋਈ ਪ੍ਰਾਵਧਾਨ ਕਰ ਨਹੀਂ ਰਹੀ। ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਡਿਪਾਰਟਮੈਂਟ ਨੂੰ ਬਹੁਤ ਵੱਡੀਆਂ ਮੁਸ਼ਕਲਾਂ 'ਚੋਂ ਗੁਜ਼ਰਨਾ ਪਵੇ। ਧੰਨਵਾਦ ਰਾਏ ਸਾਹਿਬ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਇਹ ਲੋਕਾਂ ਦੇ ਸਵਾਲ ਬਣੇ ਹੋਏ ਸੀਗੇ ਕਿ ਪ੍ਰੀਪੇਡ ਮੀਟਰ ਜੇਕਰ ਲੱਗੇ ਤਾਂ ਕੀ ਹੋਏਗਾ, ਆਖਿਰਕਾਰ ਪ੍ਰੀਪੇਡ ਮੀਟਰ ਹੈ ਕਿਉਂ ਲੱਗ ਰਹੇ ਨੇ, ਤਾਂ ਇਹ ਤਮਾਮ ਸਵਾਲਾਂ ਦੇ ਉੱਪਰ ਜਸਵੰਤ ਰਾਏ ਹੋਣਾ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤੇ ਨੇ। ਤੇ ਇਹਦੇ ਨਾਲ ਹੀ ਇੱਕ ਗੱਲ ਹੋਰ ਕਲੀਅਰ ਕਰਨ ਵਾਲੀ ਹੈ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ ਕਿ ਜਿਹੜੀ 300 ਯੂਨਿਟ ਬਿਜਲੀ ਦੇਣੀ ਹੈ ਸਰਕਾਰ ਨੇ, ਕੀ ਉਹ ਹੁਣ ਖਤਮ ਹੋ ਜਾਏਗੀ। ਹਾਲਾਂਕਿ ਇਹਦੇ ਉੱਪਰ ਕੋਈ ਵੀ ਅਜੇ ਫੈਸਲਾ ਨਹੀਂ ਹੈਗਾ। ਇਹ ਪਾਲਿਸੀ ਜਿਹੜੀ ਬਣਾਈ ਜਾਏਗੀ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਇਸ ਸਮੱਸਿਆ ਨੂੰ ਨਜਿੱਠਦੀ ਹੈ, ਇਹ ਰਹਿ ਵੀ ਸਕਦੀ ਹੈ ਤੇ ਖਤਮ ਵੀ ਹੋ ਸਕਦੀ ਹੈ, ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਲੀਅਰ ਹੋ ਜਾਏਗਾ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।